खावंद के दुनिया से जाने के बाद अपनी बेटी ने किसी से मोहब्बत करती थी, वो उसकी मोहब्बत में आके अपनी वालदा को भी छोड़ दिया। ਮੈਨੂੰ ਘਰੋਂ ਬਕਾਰ ਕਰਤੇ ਮੈਨੂੰ ਬੇਦਖਲ ਕਰਤੇ ਮਕਾਨ ਵੇਚ ਤੇ ਟੁਰ ਗਏ ਨੇ ਰੈਂਟ ਤੇ ਲਿਆ ਮਕਾਨ 3 ਦਿਨ ਹੋ ਗਏ ਮੈਂ ਮੰਜੀ ਤੇ ਪਈਆਂ ਬਿਮਾਰ ਪਈਆਂ ਹੁੰਦੀ ਏ ਰੋਟੀ ਲੱਭ ਜਾਂਦੀ ਏ ਤੇ ਮੈਂ ਖਾ ਲੈਣੀ ਆ ਨਹੀਂ ਲੱਭਦੀ ਤੇ ਮੈਂ ਪੈ ਰਹੀ ਹੋਵੇਂ ਭੁੱਖੀ ਕਿਨੂੰ ਜਾ ਤੇ ਆਖਾਂ ਮੇਰੇ ਮਕਾਨ ਦਾ ਕਿਰਾਇਆ ਦਿਓ ਮੈਂ ਰੋਟੀ ਖਾਣੀ ਹੈ ਕਿੰਦੇ ਅੱਗੇ ਜਲੇ ਤੇ ਇਹ ਤਾਂ ਕਰਤਲੀ ਕੀਤੀ ਨਹੀਂ ਕਿਸੇ ਅੱਗੇ ਮੈਨੂੰ ਵੀ ਸ਼ਰਮਿੰਦੀ ਮਹਿਸੂਸ ਹੁੰਦੀ ਤੁਹਾਡੀ ਬੇਟੀ ਤੁਹਾਨੂੰ ਦੇਖ ਰਹੀ ਹੋਵੇ ਤੇ ਕੁਝ ਕਹਿਣਾ ਚਾਹੋਗੇ ਉਹਨੂੰ? ਉਹਨਾਂ ਤਾਂ ਮੈਨੂੰ ਇੱਥੋਂ ਤੱਕ ਕੀਤਾ ਹੈ ਉਹ ਆਂਦੇ ਨੇ 2 ਨੰਬਰ ਹੈ औरत। बिस्मिल्लाहिर्रहमानिर्रहीम, अस्सलाम वालेकुम। आप देख रहे हैं मेरा पाकिस्तान और मैं हूं आपका होस्ट हारिस भट्टी। आयशा बीबी साहिबा मेरे साथ मौजूद हैं। इनकी ज़िंदगी की कहानी बड़ी दर्दनाक है। घर बार इनके पास था। खावंद के दुनिया से जाने के बाद अपनी बेटी ने जब अपने आप ये कह सकते किसी से मोहब्बत करती थी, वो उसकी मोहब्बत में आके अपनी वालदा को भी छोड़ दिया। यहाँ तक कि जिस दिन खावंद फ़ौत हुआ इनका, खावंद के फ़ौत होते ही मकान की रजिस्ट्री निकाली और निकल गई और मकान भी बेच दिया। एक इनके पास सिर्फ रिक्शा बचा था कि जिसका किराया इनको आता था, जो कि खावंद का रिक्शा था। लेकिन ये मुआशरा इतना जालिम है कि उस शख्स ने जो ड्राइवर रखा हुआ था वो भी रिक्शा लेकर फ़रार हो गया। इस वक्त ये दर दर की ठोकरें खा रही हैं। पैदाइशी तौर पर ये दोनों पाँव से माजूर हैं, चलने फिरने में इनको बड़ी मुश्किलात होती हैं। इनसे जानेंगे कि आखिर बेटी ने ऐसा क्यों किया और ज़िंदगी की इस नहज पर ये किस तरह पहुँची, और वो ड्राइवर कौन था कि जिस पर इत्मीनाद करते हुए उन्होंने अपना रिक्शा दिया, लेकिन मजाल है कि वो मुड़ के कभी वापस आया हो। और आज रेंट पे रह रही हैं, मकान का रेंट देने के लिए इनके पास पैसे नहीं होते। ज़िंदगी की कहानी इनकी ज़बानी जानते हैं। अस्सलाम वालेकुम। अस्सलाम वालेकुम। माँ जी, खावंद ਦੀ ਵਫਾਤ ਕਿਦੋਂ ਹੋਈ ਸੀ? 6ਵਾਂ ਮਹੀਨਾ ਹੋ ਗਿਆ ਰੋਜ਼ਿਆਂ ਦੇ ਵਿੱਚ ਹੋਈ ਹੈ ਇਹਨਾਂ ਰੋਜ਼ਿਆਂ 'ਚ ਤੇ 6ਵਾਂ ਦਿਨ ਸੀ ਤੇ 6ਵਾਂ ਰੋਜ਼ਾ ਸੀ ਜੁਮੇ ਦਾ ਦਿਨ ਸੀ ਕਿੰਨਾਂ ਨੂੰ ਦਿਲ ਦਾ ਅਟੈਕ ਹੋਇਆ ਫੌਤ ਹੋਏ ਨੇ। ਤੇ ਜਿਹੜੀ ਤੁਹਾਡੀ ਬੇਟੀ ਸੀ ਉਹ ਤੁਹਾਡੇ ਨਾਲ ਹੀ ਰਹਿੰਦੀ ਸੀ ਜਾਂ ਉਹਦੀ ਸ਼ਾਦੀ ਨਹੀਂ, ਪਹਿਲੇ? ਉਹ ਪਾਗੜੀਆਂ ਚੌਂਕ ਸ਼ਾਦੀ 2-3 ਪੋਤਰਿਆਂ ਵਾਲੀ ਸੀ ਤੇ ਸ਼ਾਦੀ ਕੀਤੀ ਸਾਊ ਤੇ ਆਪਣਾ ਬਾਗੜੀਆਂ ਚੌਂਕ ਰਹਿੰਦੀ ਸੀ ਤੇ ਉਹਨੇ 2 ਜਿਹੜੀ ਸੀ ਨਾ ਆਪਦੀ ਬੱਚੀ ਛੱਡ ਗਈ ਸੀ ਇੱਥੇ। ਉਹਨੇ ਕਾਗਜ਼ ਪੱਤਰ ਸਭ ਕੁਛ ਕੱਢ ਤੇ ਨਾ ਤਲਿਆ ਤੇ ਉਹ ਗੁਆਂਢੀਆਂ ਦੇ ਮੁੰਡੇ ਨਾਲ ਲਾਈਆਂ ਸਾਊ। ਮੈਨੂੰ ਨਹੀਂ ਪਤਾ ਲੱਗਾ, ਮੈਂ ਬਾਹਰ ਅੰਦਰ ਆ ਨਹੀਂ ਸਾ, ਰਸ਼ਕਿਆਂ ਸੀ 5 ਉਹ ਆ ਨਹੀਂ ਸਾ ਤੇ ਉਹ ਸਹੀ ਸੂਈ ਖਰਾਬ ਹੋ ਗਿਆ, ਸਹੀ ਸੂਈ ਕਰਵਾਉਂਦੀ ਫਿਰੀਆਂ। ਮੈਨੂੰ ਪਿੱਛੋਂ ਪਤਾ ਲੱਗਾ ਉਹਨਾਂ ਵੀ ਵੈਰ ਮੇਰੇ ਨਾਲ ਚੁੱਕ ਤੇ ਉਹਨਾਂ ਜਾਂ ਸਰਟੀਫਿਕੇਟ ਅਰਸ਼ ਹੈ ਉਹਨਾਂ ਨੂੰ ਬਣਵਾ ਤੇ ਸਾਰਾ ਕੁਝ ਉਹਨਾਂ ਕਰੀਜ਼ਰ ਕਰ ਲਿਆ। ਮੈਨੂੰ ਘਰੋਂ ਬਕਾਰ ਕਰਤੇ ਮੈਨੂੰ ਬੇਦਖਲ ਕਰਤੇ ਮਕਾਨ ਵੇਚ ਤੇ ਟੁਰ ਗਏ ਨੇ। ਜਦੋਂ ਤੁਹਾਡਾ ਮਕਾਨ ਵਗੈਰਾ ਵੇਚ ਰਹੇ ਸੀ ਤੇ ਕੋਈ ਰਿਸ਼ਤੇਦਾਰ ਕਿਸੇ ਨੇ ਅੱਗੇ ਹੋ ਕੇ ਕੁਝ ਨਹੀਂ ਕੀਤਾ ਕਿ? ਕੁਛ ਨਹੀਂ, ਉਹ ਪਹਿਲਾਂ ਮੇਰਾ ਖੰਮ ਜਿਹੜਾ ਸੀ ਨਾ ਉਹ ਸਾਈ ਸੀ, ਸਾਈਆਂ ਤੋਂ ਮੁਸਲਮਾਨ ਹੋਇਆ ਸੀ। ਉਹ ਮਲੰਗ ਬੰਦਾ ਸੀ, ਅੱਲਾ ਤਵਾ ਕਰਦਾ ਸੀ ਤੇ ਉਹ ਉਹਨਾਂ ਨੂੰ ਨਹੀਂ ਮਿਲਦਾ ਗਿਲਦਾ ਸੀ, ਕਿਸੇ ਨੂੰ ਨਹੀਂ ਮਿਲਦਾ ਸੀ। ਉਹ ਉਹਦੇ ਭੈਣਾਂ ਭਰਾ ਆਏ ਸੀ, ਉਹ ਆਂਦੇ ਸੀ ਸਾਨੂੰ ਲਾਸ਼ ਦੇ। ਮੈਂ ਕਿਹਾ ਅਸੀਂ ਮੁਸਲਮਾਨ ਆ, ਅਸੀਂ ਇਹ ਲਾਸ਼ ਨਹੀਂ ਦੇ ਸਕਦੇ, ਅਸੀਂ ਮੁਸਲਮਾਨ, ਮੈਂ ਲਾਸ਼ ਆਪਣਾ ਇੱਥੇ ਦਫਨਾਉਣਾ ਹੈ। ਉਹਨੂੰ ਮੈਂ ਆਪਣਾ ਇੱਥੇ ਮਾਈ ਸਾਹਿਬ ਇੱਥੇ ਫਿਰ ਦਫਨਾਇਆ ਹੈ। ਅਸੀਂ ਲਾਸ਼ ਉਹ ਫਿਰ ਇੱਕ ਭਰਾ ਆਏਗਾ ਸੀ ਤੇ ਕੁਝ ਚਾਚੇ ਬਾਬੇ ਦੇ ਸੀ, ਉਹਨਾਂ ਨੇ ਨਹੀਂ ਲਗਾਇਆ ਫਿਰ ਲਾਸ਼। ਉਹਨਾਂ ਕਿਹਾ ਠੀਕ ਹੈ ਭਾਬੀ ਤੁਸੀਂ ਕਿਸ ਤਰ੍ਹਾਂ ਆਂਦੇ ਜੇ ਨਾ, ਅਸੀਂ ਨਹੀਂ ਮਿਲਦੇ। ਉਹ ਫਿਰ ਨਾ ਖਤਮਾਂ ਤੇ ਆਏ ਨੇ, ਮੈਂ ਸਾਰਾ ਕੁਝ ਕੀਤਾ ਬਰਲੇ ਉਹ ਆਏ ਨਹੀਂ ਤੇ ਜਿਸ ਦਿਨ ਖਾਵੰਦ ਦੀ ਵਫਾਤ ਹੋਈ ਹੈ ਬੇਟੀ ਨੇ ਉਸੇ ਦਿਨ ਜਿਹੜੇ ਘਰ ਦੇ ਸਾਰੇ ਕਾਗਜ਼ਾਤ ਵਗੈਰਾ ਸੀ ਸਭ ਕੁਝ ਲੈ ਕੇ? ਉਸ ਵਕਤ ਤੇ ਮੈਂ ਲਾਸ਼ ਸੰਭਾਲ ਨਹੀਂ ਪਾਈਆਂ। ਉਹਨਾਂ ਪੇਟੀ ਦੇ ਵਿੱਚੋਂ ਕਾਗਜ਼ ਪੱਤਰ ਜਿਹੜਾ ਮੇਰਾ ਸਟਾਂਪ ਪਿਆ ਸੀ, ਇੰਤਕਾਲ ਥਾਂ ਨਹੀਂ ਹੋਈ ਸੀ, ਨਾਲ ਦੇ ਗੁਆਂਢੀਆਂ ਕੋਲ ਲਈ ਸੀ। ਉਹ ਗੁਆਂਢੀ ਵੀ ਨਾਲ ਉਹਨਾਂ ਦੇ ਮਿਲ ਗਏ ਨੇ। ਮਿਲ ਤੇ ਸਾਰਿਆਂ ਨੇ ਉਹਨਾਂ ਕੋਲ 6 ਲੱਖ ਦੀ ਜਾ ਤੇ ਉਹਨਾਂ ਥਾਂ ਵੇਚ ਦਿੱਤੀ। ਸਟਾਂਪ ਵੀ ਕੱਢ ਗਈ, ਅਸਲ ਸਨਾਸੀ ਕਾਟ ਹਾਰਸ਼ ਲਿਆ ਤੇ ਉਹ ਕਿਹੜਾ 2 ਤਰੀਕ ਦਾ ਮਸ਼ੂਕ ਸੀ, ਉਹਨੇ ਸਾਰਾ ਕੁਝ ਉਹਦਾ ਜਨ ਸਰਟੀਫਿਕੇਟ ਪੂਰਾ ਪਰਾ ਬਣਵਾਈ ਤਾਂ ਮੇਰਾ ਉਹਨਾਂ ਬਣਨ ਹੀ ਨਹੀਂ ਦਿੱਤਾ। ਪਿੰਡ ਵਾਲਿਆਂ ਨੇ ਅੱਗੋਂ ਮੈਨੂੰ ਫੜ ਤੇ ਬੇਦਖਲ ਚ ਕੀਤਾ ਨੇ ਘਰੋਂ ਬਾਹਰੋਂ। ਜਿਸ ਦਿਨ ਤੁਹਾਡੇ ਖਾਵੰਦ ਦੀ ਵਫਾਤ ਹੋਈ ਹੈ ਤੁਸੀਂ ਆਪਣੇ ਤੇ ਕੰਮ ਸ਼ਾਮ ਕਰ ਰਹੇ ਸੀ, ਦਫਨਾਣਾ ਵਗੈਰਾ ਸਾਰੇ ਘਰ ਦੇ ਮਾਮਲਾ ਚੱਲ ਰਹੇ ਸੀ, ਤੇ ਕੀ ਹੋਇਆ ਇੱਕਦਮ ਸਾਰਾ ਕੁਝ ਪੇਟੀ ਚੋਂ ਕੱਢ ਕੇ ਨਿਕਲ ਗਈ ਜਾਂ ਉੱਤੇ ਬੈਠੀ ਰਹੀ ਹੈ ਜਾਂ ਇੰਤਜ਼ਾਰ ਕੀਤਾ ਦਫਨਾਣ ਦਾ ਕਿ ਬਸ ਨਿਕਲ ਗਈ ਉੱਥੋਂ? ਉਹ ਨਾ ਉਸ ਮੁੰਡੇ ਨਾਲ ਰਲ ਤੇ ਨਾ ਤੇ ਉਹ ਉਸੇ ਵੇਲੇ ਕਿਸੇ ਕੁੱਲਾਂ ਦਾ ਖਤਮ ਦਵਾਇਆ ਹੈ ਨਾ ਤੇ ਖੁੱਲਾ ਦਾ ਖਤਮ ਦਵਾਉਂਦਿਆਂ ਨਾਲ ਕਾਗਜ਼ ਪੱਤਰ ਉਹਨੇ ਸਾਂਭੇ ਨੇ। ਮੈਂ ਕੁੱਲ ਕੱਲ ਕਰਵਾਉਂਦੀ ਫਿਰੀਆਂ ਤੇ ਉਹਨਾਂ ਲਾਸ਼ ਸੰਭਾਲਦੀ ਫਿਰੀਆਂ। ਉਹਨੇ ਕਾਗਜ਼ ਪੱਤਰ ਕੱਢੇ ਨੇ, ਕੱਢ ਤੇ ਮਸਬਲੇ ਟੁਰ ਗਈ ਹੈ ਕੁੜੀ।
मैं बता दूं आसान वर्ड्स में ये क्या कहना चाह रही हैं कि ख़ावंद की जो वफ़ात हुई तो मैं घर के सारे मामलात में लगी हुई थी, दफनाना और मेहमान आए हैं उनको निमटना और घर के सारे मामलात। लेकिन वो बेटी एक ऐसी बेटी है कि घर में लाश पड़ी हुई है, लेकिन उसके जहन में उस वक्त शरारत थी और एक लालच थी कि बाप तो मेरा फ़ौत हो गया, क्यों ना मैं इसका फ़ायदा उठाऊँ और जो घर के कागजात हैं उनको समेटूँ, अपने पास रखूँ। और जो लड़का था वो इनके हमसाए में रहता था, वो मुंडा हमसाए 'ਚ ਰਹਿੰਦਾ ਸੀ ਜਿਹਨੂੰ ਪਸੰਦ ਕਰਦੀ ਸੀ। ਹਾਂਜੀ ਮਸਾਏ ਚ ਰਹਿੰਦਾ ਸੀ। ਉਹਨੂੰ ਆਈ ਸੀ ਮੈਂ ਤੇਰੇ ਨਾਲ ਨਿਕਾਹ ਕਰ ਲੈਣੀ, ਇਹ ਮਕਾਨ ਵੇਚ ਤੇ ਅੱਧੇ ਪੈਸੇ ਤੈਨੂੰ ਦਿਆਣੀ ਅੱਧੇ ਮੈਂ ਰੱਖਾਂਗੇ। ਉਹਦੇ ਮੁੰਡੇ ਦੇ ਖੁਦ ਪਿਓ ਨੂੰ ਵੀ ਪਤਾ ਸੀ। ਉਹਨੇ ਫਿਰ ਮੈਨੂੰ ਆਖਿਆ ਹੈ, ਫਿਰ ਉਹਨਾਂ ਇੱਥੋਂ ਮਸਬਲੇ ਕਿਦੋਂ ਨਸੇ ਨੇ ਨਾ, ਤੇ ਫਿਰ ਉਹ ਮੁੰਡੇ ਨੂੰ ਜਿਹੜਾ ਨਾ ਉਹਨਾਂ ਕਿਹਾ ਹੈ। ਤੇ ਤੁਹਾਨੂੰ ਇਸ ਘਰ 'ਚ ਜਿਸ ਘਰ 'ਚ ਤੁਸੀਂ ਰਹਿੰਦੇ ਸੀ ਉਹ ਘਰ ਤੇ ਆਪਣਾ ਹੈਗਾ ਸੀ ਨਾ, ਹਾਂਜੀ ਤੁਹਾਨੂੰ ਫਿਰ ਕਿਦੋਂ ਪਤਾ ਚੱਲਿਆ ਕਿ ਇਹ ਮਕਾਨ ਤੇ ਵਿਕ ਗਿਆ ਹੋਇਆ? ਤੁਹਾਨੂੰ ਫਿਰ ਕਿਹਨੇ ਆ ਕੇ ਕੱਢਿਆ? ਸਾਨੂੰ ਉਹ ਮੁੰਡੇ ਨੇ ਭੂਕ ਭੰਨਿਆ ਸੀ ਮੇਰੇ ਅੱਗੇ। ਉਹਨੇ ਆਖਿਆ ਇਸ ਬੀਬੀ ਨੂੰ ਮੈਂ ਕਿਸੇ ਵੇਲੇ ਉਹਨਾਂ ਮੇਰੇ ਤੇ ਦਰਖਾਸਤ ਦਿੱਤੀ, ਪਰਚੇ ਕਰਵਾਏ ਨੇ ਨਾ, ਮੈਂ ਫਿਰ ਪਿੱਟੀ ਆ। ਮੈਂ ਉਹ ਬੀਬੀ ਨੂੰ ਉਹਨਾਂ ਨੂੰ ਕੱਢ ਮੱਲੇ ਵਾਲਿਆਂ ਨਾਲ ਵਿੱਚ ਬੰਦੇ ਪੈ ਤੇ ਉਹਨਾਂ ਨੂੰ ਕੱਢਿਆ ਹੈ। ਤੇ ਕਿਸੇ ਵੇਲੇ ਉਹ ਕੱਢਣ ਲੱਗੇ ਨੇ ਨਾ ਤੇ ਉਹਨਾਂ ਫਿਰ ਮੁੰਡੇ ਨੇ ਆਖਿਆ ਇਹਨੂੰ ਤੂੰ ਕੱਢਿਆ ਨਾ ਤੇ ਤੇਰੇ ਕੋਲ ਕੁਛ ਨਹੀਂ ਰਹਿ ਜਾਣਾ, ਤੈਨੂੰ ਅਸੀਂ ਰਹਿਣ ਹੀ ਨਹੀਂ ਇੱਥੇ ਦੇਣਾ। ਉਹਨੇ ਨਾਲ ਰਾਬਤਾ ਕੁੜੀ ਨੇ ਤੇ ਮੁੰਡੇ ਨੇ ਕੀਤਾ ਸੀ, ਇਹਨੂੰ ਕੁੜੀ ਨੂੰ ਕੱਢਣਾ ਨਹੀਂ ਦਾ। ਮੈਂ ਕਿਹਾ ਮੈਂ ਰੱਖਣਾ ਨਹੀਂ ਦਾ ਇੱਥੇ। ਉੱਥੋਂ ਆਣ ਤੇ ਉਹ ਮੁੰਡਾ ਜਿਹੜਾ ਸੀ ਨਾ ਆਂਦੇ ਸੀ 40 ਦਿਨ ਕਰ। ਮੈਂ ਕਿਹਾ ਮੈਂ 40 ਦਿਨ ਨਹੀਂ ਕਰਨੇ, ਜਦੋਂ ਤੁਸੀਂ ਮੇਰੇ ਤੇ ਪਰਚਾ ਕਰਵਾ ਦਿੱਤਾ ਮੈਂ 40 ਦਿਨ ਨਹੀਂ ਕਰ ਸਕਦੀ। ਮੈਂ ਚੱਲ ਗਿਆ ਸਾਤਾ ਇਕੱਠਾ ਕਰ ਦਿੱਤਾ। ਵਸੈਲ ਨਾ ਧੀ ਨਾ ਪੁੱਤਰ ਸਾਡਾ ਹੈ ਕੋਨੀ ਦਾ ਕਮਾਉਣ ਵਾਲਾ, ਮੈਂ ਕੱਲੀ ਜਨਾਨੀ ਆ। ਉੱਥੋਂ ਮੁੰਡੇ ਨੇ ਭੋਗ ਪੰਨੀ ਸੀ ਮੇਰੇ ਨਾਲ, ਮੈਨੂੰ ਕਬਰ ਦਾ ਤਕਰਾਨ ਦਾ ਵਾਸਤਾ ਚੁਕਾਇਆ, ਮੈਂ ਨਹੀਂ ਮੰਨੀ, ਮੈਂ ਉਹਨੂੰ ਕੱਢ ਦਿੱਤਾ ਹੈ। ਫਿਰ ਉਹ ਕੁੜੀ ਦੇ ਇਹ ਚੱਕਰਾਂ 'ਚ ਫਿਰਦਾ ਪਿੱਛੇ 3 ਬਾਲ ਛੱਡ ਤੇ ਆਈ ਸੀ, ਫੈਸਲਾਬਾਦ ਰਹਿੰਦੀ ਸੀ। ਤੇ ਹੁਣ ਉਹ ਕਾਰ ਉਹਨਾਂ ਨੇ ਵੇਚ ਹੋਇਆ, ਮੈਂ ਪੈਸੇ ਵਗੈਰਾ ਖਾ ਗਿਆ। ਘਰ ਵੇਚ ਤੇ ਉਹ ਪੈਸੇ ਕੁੜੀ ਮੁੰਡਾ ਖਾ ਗਏ ਨੇ। ਤੇ ਹੁਣ ਜ਼ਿੰਦਗੀ ਕਿਸ ਤਰ੍ਹਾਂ ਬਸਰ ਹੋ ਰਹੀ ਹੈ? ਚੱਲ ਫਿਰ ਤੁਸੀਂ ਉਂਝ ਨਹੀਂ ਸਕਦੇ, ਰੋਜ਼ਗਾਰ ਡੇਲੀ ਖਾਣਾ ਪੀਣਾ ਉੱਠਣਾ ਬੈਠਣਾ ਰਿਹਾਇਸ਼ ਕਿੱਥੇ ਰੱਖੀ ਹੋਈ, ਕਿਸ ਤਰ੍ਹਾਂ ਗੁਜ਼ਰ ਬਸਰ ਹੋ ਰਿਹਾ? ਇੱਥੇ ਫੁੱਲਾਂ ਵਾਲੀ ਮੰਡੀ ਮੈਂ ਨਾ ਰੈਂਟ ਤੇ ਲਿਆ ਮਕਾਨ, ਤੇ ਅੱਜ 3 ਦਿਨ ਹੋ ਗਏ ਮੈਂ ਮੰਜੀ ਤੇ ਪਈਆਂ, ਬਿਮਾਰ ਪਈਆਂ। ਹੁੰਦੀ ਏ ਰੋਟੀ ਲੱਭ ਜਾਂਦੀ ਏ ਤੇ ਮੈਂ ਖਾ ਲੈਂਦੀ ਹਾਂ, ਨਹੀਂ ਲੱਭਦੀ ਤੇ ਮੈਂ ਪੈ ਰਹਿੰਦੀ ਹਾਂ ਭੁੱਖੀ। ਬੇਟੀ ਨੇ ਕਦੀ ਮੁੜ ਕੇ ਨਹੀਂ ਪਿੱਛੇ ਵੇਖਿਆ ਕਿ ਮੇਰੀ ਮਾਂ ਵੀ ਹੈ? ਉਹਨਾਂ ਪੁੱਛਿਆ ਹੀ ਨਹੀਂ, ਉਹਨਾਂ ਮੈਨੂੰ ਕਰੋ ਉਹਨਾਂ ਆਖਿਆ ਇਹ 2 ਨੰਬਰ ਔਰਤ ਆਈ। ਜਦੋਂ ਮੈਂ ਨਿਕਾਹਨਾਮਾ ਲਿਜਾਣੀ ਸੀ ਸਾਰੇ ਹਰ ਬੰਦਾ ਫਿਰ ਨਿਕਾਹਨਾਮਾ, ਮੇਰੇ ਕੋਲ ਨਿਕਾਹਨਾਮਾ ਹੀ ਹੋਣਾ। ਹੁਣ ਮੇਰੇ ਕੋਲ ਮਸਬਲੇ ਫੋਟੋ ਕਾਪੀ ਪਈ ਹੈ, ਜਾਂ ਹੱਥ ਦਾ ਪਿਆ ਕੰਪਿਊਟਰ ਦਾ ਨਿਕਾਹਨਾਮਾ ਵੀ ਉਹਨਾਂ ਮੇਰੇ ਕੱਢਣ ਲੱਗਿਆ ਨੇ ਖੋ ਲਿਆ ਮੇਰੇ ਕੋਲ। ਕਿਸ ਤਰ੍ਹਾਂ ਖਾਣਾ ਪੀਣਾ ਰੋਟੀ ਵਗੈਰਾ ਇੰਝ ਹੁੰਦਾ ਹੈ ਕਿ ਭੁੱਖੇ ਸੋ ਜਾਂਦੇ ਹੋ? ਕਿਸ ਤਰ੍ਹਾਂ ਖਾਣਾ? 2 ਦਿਨ ਮੈਂ ਭੁੱਖੇ, 3 ਦਿਨ ਭੁੱਖੀ ਲੱਗੀ ਫਿਰਨੀ ਆ, ਸੌ ਰਹਿਨੀ ਆ। ਉਹਨੂੰ ਕਿਰਾਇਆ ਨਹੀਂ ਦਿੱਤਾ ਗਿਆ ਮਕਾਨ ਦਾ, ਕਿਰਾਏਦਾਰਾਂ ਉਹਨਾਂ ਮਕਾਨ ਵਾਲਿਆਂ ਨੇ ਕਿਰਾਇਆ ਮੰਗਿਆ ਮੈਨੂੰ। ਉਸੇ ਤਰ੍ਹਾਂ ਮੈਂ ਪਰੇਸ਼ਾਨੀ ਹੋ ਤੇ ਉਵੇਂ ਪਈਆਂ ਆਣੀਆਂ। ਹੁਣ ਮੈਂ ਕੀ ਕਰਾਂ, ਮੈਂ ਕੰਮ ਵੀ ਨਹੀਂ ਕਰ ਸਕਦੀ, ਮੈਂ ਕਿਹਦੇ ਕੋਲ ਜਾ ਤੇ ਮੰਗਾ, ਕਿਹਨੂੰ ਜਾ ਤੇ ਆਖਾਂ ਮੇਰੇ ਮਕਾਨ ਦਾ ਕਿਰਾਇਆ ਦਿਓ, ਮੈਂ ਰੋਟੀ ਖਾਣੀ ਹੈ। ਕਿੰਦੇ ਅੱਗੇ ਜਲੇ ਤੇ ਇਹ ਤਾਂ ਕਰਤਲੀ ਕੀਤੀ ਨਹੀਂ ਕਿਸੇ ਅੱਗੇ, ਮੈਨੂੰ ਵੀ ਸ਼ਰਮਿੰਦੀ ਮਹਿਸੂਸ ਹੁੰਦੀ। ਮੈਂ ਇਹੋ ਸੋਚਦੀ ਹਾਂ ਕਿ ਆਪ ਮਾਰ, ਮੈਂ ਦਿਲ ਦੀ ਮਰੀਜ਼ ਹਾਂ, ਪਿੱਤੇ 'ਚ ਪੱਥਰੀਆਂ ਨੇ। ਮੈਂ ਤਾਂ 3 ਦਿਨ ਹੋ ਗਏ ਮੰਜੀ ਤੇ ਪਈਆਂ, ਇਹਨਾਂ ਨਹੀਂ ਹੈਗਾ ਮੈਂ ਆਪਣਾ ਰੋਟੀ ਲਿਆ ਤੇ ਕਦੇ ਲੈ ਆਣੀ ਆ ਉੱਟਰ ਤੋਂ ਲਿਆ ਤੇ ਖਾ ਲੈਣੀ ਆ, ਕਦੇ ਭੁੱਖੀ ਸੌ ਰਹਿਣੀ ਆ। ਉਹਨ ਗੁਆਂਢੀਆਂ 1 ਰੋਟੀ ਫੜਾਈ ਹੈ ਤੇ ਨਾਲ 4 ਪਿਆਜ਼ ਥੋੜਾ ਜਿਹਾ ਉਹਦੇ ਨਾਲ ਰੱਖ ਤੇ ਮੈਂ ਟੇਮ ਟੂਮ ਤੇ ਰੋਟੀ ਖਾ ਲਈ। ਅਗਰ ਤੁਹਾਡੀ ਬੇਟੀ ਤੁਹਾਨੂੰ ਦੇਖ ਰਹੀ ਹੋਵੇ ਤੇ ਕੁਝ ਕਹਿਣਾ ਚਾਹੋਗੇ ਉਹਨੂੰ? ਅਗਰ ਉਹ ਵੇਖਦੀ ਹੋਵੇ ਕਿ ਮੇਰੀ ਮਾਂ ਤੇ ਮੈਂ ਤੇ ਉਹਨਾਂ ਨੂੰ ਦਰਬਦਰ ਕਰ ਆਈ ਹਾਂ, ਮਕਾਨ ਵੀ ਵੇਚ ਆਈ ਹਾਂ? ਨਹੀਂ, ਉਹਨਾਂ ਮੈਨੂੰ ਕੁਛ ਨਹੀਂ ਵੇਖਣਾ, ਉਹ ਮੇਰਾ ਨਹੀਂ ਕੋਈ ਵੀ ਸੋਚਦੇ। ਉਹਨਾਂ ਤਾਂ ਮੈਨੂੰ ਇੱਥੋਂ ਤੱਕ ਕੀਤਾ ਹੈ, ਉਹ ਆਂਦੇ ਨੇ 2 ਨੰਬਰ ਹੈ ਔਰਤ। ਤੇ ਅੱਲਾ ਦਾ ਰਸੂਲ ਮੈਨੂੰ ਬਚਾਈ ਜਾਂਦਾ ਬਰਲੇ। ਉਹਨੇ ਮੈਨੂੰ ਕਸਰ ਉੱਥੋਂ ਤੱਕ, ਮੈਨੂੰ ਮਰ ਤੱਕ ਕਸਰ ਲਾਇਆ ਗਿਆ, ਕਤਲ ਕਰਨ ਤੱਕ। आयशा साहिबा की ये एक ज़िंदगी की कहानी है कि किस तरह अपनी बेटी ने घर से दरबदर कर दिया और इस वक्त वो जिससे मोहब्बत करती थी उसे शादी करके मकान भी बेच के अपनी ज़िंदगी तो गुजार रही हैं, लेकिन ये नहीं पता कि पीछे मेरी माँ एक वक्त की रोटी के लिए तरस रही है, दर दर की ठोकरें खा रही हैं, चलने फिरने से कासिर हैं, चल नहीं सकती, पैदाइशी तौर पर माजूर है। हालांकि बेटियाँ या बेटे औलाद कोई भी हो, वो इतना ज़ालिम कोई भी नहीं हो सकता। बुढ़ापे में औलाद ही अपने वालिदैन का सहारा बनती हैं, लेकिन इस माँ को पता नहीं किस चीज़ की उस बेटी ने सज़ा दी है कि आज वो ख़ुद तो अपने आशिक के साथ ज़िंदगी गुजार रही है, लेकिन ये माँ
लोगों की राह तक रही होती है कि कौन मुझे मेरे पास आएगा, खाने के लिए देगा, कौन मेरी रिहाइश का बंदोबस्त करेगा, कौन मेरे खाने का बंदोबस्त करेगा। इनका नंबर स्क्रीन पर चल रहा है। जितना हो सके माँ जी की इमदाद करें ताकि माँ जी 2 वक्त की रोटी खा सकें, किसी मकान में रह के रेंट दे सकें। नंबर इनका ज़ाती नंबर है और जैज़ कैश भी इसी नंबर पे बना हुआ है। इनसे रब्ता करके दिल खोल कर इनकी आप मदद कर सकते हैं। अपने मेज़बान को इजाज़त दीजिए। अल्लाह हाफ़िज़।